ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਟੱਡੀ ਮਟੀਰੀਅਲ ਚੈਨਲ 'ਤੇ ਸਵਾਗਤ ਕਰਦਾ। ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ, ਤੰਦਰੁਸਤ ਹੋਵੋਗੇ ਅਤੇ ਆਪਣੇ ਘਰਾਂ ਦੇ ਵਿੱਚ ਖੁਸ਼ਹਾਲ ਹੋਵੋਗੇ। ਦੋਸਤੋ, ਪੰਜਾਬ ਪੁਲਿਸ ਦੀਆਂ ਵੈਕੰਸੀਆਂ ਦਾ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਔਰ ਪੰਜਾਬ ਜੇਲ੍ਹ ਵਾਰਡਨ ਦੀਆਂ ਵੈਕੰਸੀਆਂ ਵੀ ਆਊਟ ਕੀਤੀਆਂ ਗਈਆਂ ਸਨ। ਉਮੀਦ ਕਰਦਾ ਕਿ ਤੁਸੀਂ ਸਾਰਿਆਂ ਨੇ ਭਰੀਆਂ ਹੋਣਗੀਆਂ ਔਰ ਪੰਜਾਬ ਪਟਵਾਰੀ ਦੀਆਂ ਵੀ ਵੈਕੰਸੀਆਂ ਤੁਸੀਂ ਸਾਰਿਆਂ ਨੇ ਭਰੀਆਂ ਹੋਣਗੀਆਂ ਔਰ ਉਸ ਦਾ ਕਦੇ ਵੀ ਐਗਜ਼ਾਮ ਜਿਹੜਾ ਆ ਸਕਦਾ ਹੈ। ਇਸ ਕਰਕੇ ਤੁਸੀਂ ਤਿਆਰੀ ਕਰਨੀ ਬਿਲਕੁਲ ਵੀ ਨਹੀਂ ਛੱਡਣੀ, ਤਿਆਰੀ ਕਰਦੇ ਰਹਿਣਾ ਹੈ, ਤਾਂ ਹੀ ਅਸੀਂ ਆਪਣਾ ਐਗਜ਼ਾਮ ਕਲੀਅਰ ਕਰ ਸਕਦੇ ਹਾਂ। ਸੋ ਦੋਸਤੋ, ਇਹ ਇੱਕ ਲੱਕੀ ਚਾਂਸ ਹੈ ਕਿਉਂਕਿ ਹਰੇਕ 5 ਸਾਲ ਬਾਅਦ ਹੀ ਵੈਕੰਸੀਆਂ ਜਿਹੜੀਆਂ ਆਊਟ ਹੁੰਦੀਆਂ ਨੇ, ਇਹ ਤੁਸੀਂ ਸਾਰੇ ਜਾਣਦੇ ਹੋ। ਸੋ 5 ਸਾਲ ਬਾਅਦ ਸਾਨੂੰ ਇਹ ਸੁਨਹਿਰੀ ਮੌਕਾ ਮਿਲਦਾ ਹੈ ਔਰ ਇਸ ਮੌਕੇ ਨੂੰ ਅਸੀਂ ਬਿਲਕੁਲ ਵੀ ਗਵਾਉਣਾ ਨਹੀਂ। ਆਪਣੀ ਤਿਆਰੀ ਜਿਹੜੀ ਆ ਫੁੱਲ ਬਟਾ ਫੁੱਲ ਕਰਕੇ ਰੱਖਣੀ ਹੈ ਅਤੇ ਸਰਕਾਰੀ ਨੌਕਰੀ ਆਪਾਂ ਹਾਸਲ ਕਰਨੀ ਹੈ। ਤੁਹਾਨੂੰ ਮੈਂ 2 ਵੀਡੀਓਜ਼ ਦਿਆ ਕਰਾਂਗਾ, ਇੱਕ ਥਿਊਰੀ ਦੀ ਅਤੇ ਇੱਕ ਆਬਜੈਕਟਿਵ ਟਾਈਪ ਕੁਐਸਚਨ ਦੀ। ਤੁਸੀਂ ਇਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖਣਾ ਔਰ ਵੀਡੀਓਜ਼ ਐਂਡ ਤੱਕ ਦੇਖਣੀ ਤਾਂ ਜੋ ਤੁਸੀਂ ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕੋ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਅੱਗੇ ਰਿਕੁਐਸਟ ਕਰਦਾ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਕਿਉਂਕਿ ਦੋਸਤੋ, ਇਸ ਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਅਤੇ ਹੋਰ ਦਿਲੋਂ ਕੰਮ ਕਰਨ ਦੀ ਚਾਹਤ ਜਿਹੜੀ ਆ ਉਹ ਜਾਗਦੀ ਹੈ ਅਤੇ ਮੈਂ ਤੁਹਾਡੇ ਵਾਸਤੇ ਹੋਰ ਵਧੀਆ ਵੀਡੀਓਜ਼ ਲੈ ਕੇ ਆਵਾਂਗਾ। ਕਿਉਂਕਿ ਦੋਸਤੋ, ਬਹੁਤ ਮਿਹਨਤ ਕਰਨੀ ਪੈਂਦੀ ਹੈ ਵੀਡੀਓ ਬਣਾਉਣ ਲਈ, ਵੀਡੀਓ ਬਣਾਉਣੀ ਪੈਂਦੀ ਹੈ, ਮਟੀਰੀਅਲ ਪੜ੍ਹਨਾ ਪੈਂਦਾ ਹੈ ਔਰ ਵੀਡੀਓ ਐਡਿਟ ਕਰਨੀ ਪੈਂਦੀ ਹੈ, ਅਪਲੋਡ ਕਰਨੀ ਪੈਂਦੀ ਹੈ, ਫਿਰ ਜਾ ਕੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ। ਇਸ ਕਰਕੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਮੈਨੂੰ ਮੋਟੀਵੇਸ਼ਨ ਮਿਲੇਗੀ। ਸੰਵਿਧਾਨ ਹੁੰਦਾ ਕੀ ਹੈ? ਸੋ ਦੋਸਤੋ, ਕਿਸੇ ਵੀ ਦੇਸ਼ ਨੂੰ ਚਲਾਉਣ ਲਈ ਬੁਨਿਆਦੀ ਕਾਨੂੰਨਾਂ ਨੂੰ ਸੰਵਿਧਾਨ ਕਿਹਾ ਜਾਂਦਾ ਹੈ ਔਰ ਸੰਵਿਧਾਨ ਦੇ ਬਹੁਤ ਸਾਰੇ ਸਿਧਾਂਤ ਹੁੰਦੇ ਨੇ। ਸੰਵਿਧਾਨ ਸਰਕਾਰ ਅਤੇ ਲੋਕਾਂ ਵਿੱਚ ਸੰਪਰਕ ਬਣਾਉਣ ਦਾ ਕੰਮ ਕਰਦਾ ਹੈ। ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਿਤ ਸੰਵਿਧਾਨ ਹੈ। UK, ਨਿਊਜ਼ੀਲੈਂਡ, ਇਜ਼ਰਾਈਲ ਲੋਕਤੰਤਰਕ ਦੇਸ਼ ਹੈ ਜਿਨ੍ਹਾਂ ਦਾ ਸੰਵਿਧਾਨ ਲਿਖਤ ਵਿੱਚ ਨਹੀਂ ਹੈ। ਇਹ ਤੁਸੀਂ ਯਾਦ ਰੱਖਣਾ ਹੈ ਕਿ ਜੇਕਰ ਤੁਹਾਨੂੰ ਕੁਐਸਚਨ ਆਵੇ ਕਿ ਕਿਸ ਦੇਸ਼ ਦਾ ਸੰਵਿਧਾਨ ਲਿਖਤ ਵਿੱਚ ਨਹੀਂ ਹੈ ਅਤੇ ਤੁਸੀਂ UK ਨੂੰ ਮਾਰਕ ਕਰੋਗੇ। ਜੇ ਕੁਐਸਚਨ ਦੇ ਵਿੱਚ UK ਨਾ ਦਿੱਤਾ ਹੋਵੇ ਤਾਂ ਤੁਸੀਂ ਨਿਊਜ਼ੀਲੈਂਡ ਨੂੰ ਜਾਂ ਇਜ਼ਰਾਈਲ ਨੂੰ ਮਾਰਕ ਕਰੋਗੇ। ਦੋਸਤੋ, ਅੱਗੇ ਚੱਲਦੇ ਹਾਂ। ਭਾਰਤ ਦਾ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ ਔਰ 26 ਜਨਵਰੀ 1950 ਨੂੰ ਪੂਰਨ ਰੂਪ ਵਿੱਚ ਲਾਗੂ ਕੀਤਾ ਗਿਆ ਸੀ। ਭਾਰਤ ਦਾ ਸੰਵਿਧਾਨ BR ਅੰਬੇਦਕਰ ਦੁਆਰਾ ਤਿਆਰ ਕੀਤਾ ਗਿਆ ਹੈ ਔਰ ਇਸ ਨੂੰ ਤਿਆਰ ਕਰਨ ਲਈ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸੀ। ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਸ ਸਮੇਂ ਇਸ ਵਿੱਚ 22 ਪਾਰਟਸ, 395 ਆਰਟੀਕਲਸ ਅਤੇ 8 ਸ਼ਡਿਊਲ ਸੀ। ਅਤੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਸੰਵਿਧਾਨ ਵਿੱਚ 25 ਪਾਰਟਸ, 470 ਆਰਟੀਕਲਸ ਅਤੇ 12 ਸ਼ਡਿਊਲ ਹਨ। ਸੋ ਜਦੋਂ ਤੋਂ ਸੰਵਿਧਾਨ ਬਣਿਆ ਉਸ ਤੋਂ ਲੈ ਕੇ ਹੁਣ ਤੱਕ ਸੰਵਿਧਾਨ ਦੇ ਵਿੱਚ 104 ਵਾਰ ਅਮੈਂਡਮੈਂਟ ਹੋ ਚੁੱਕੀ ਹੈ। ਸਭ ਤੋਂ ਪਹਿਲੀ ਅਮੈਂਡਮੈਂਟ 1951 ਵਿੱਚ ਹੋਈ ਸੀ ਅਤੇ ਲੇਟੈਸਟ ਅਮੈਂਡਮੈਂਟ 25 ਜਨਵਰੀ 2020 ਨੂੰ ਹੋਈ ਹੈ ਅਤੇ 42ਵੀਂ ਅਮੈਂਡਮੈਂਟ ਜਿਹੜੀ ਕਿ 1976 ਨੂੰ ਹੋਈ ਸੀ ਉਸ ਨੂੰ ਮਿੰਨੀ ਕੰਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖੋਗੇ। ਅੱਗੇ ਚੱਲਦੇ ਹਾਂ ਜੀ। ਅਮੈਂਡਮੈਂਟ 3 ਤਰ੍ਹਾਂ ਦੀ ਹੁੰਦੀ ਹੈ। ਦੂਸਰੀ ਅਤੇ ਤੀਸਰੀ ਅਮੈਂਡਮੈਂਟ ਆਰਟੀਕਲ 368 ਦੇ ਅਧੀਨ ਆਉਂਦੀ ਹੈ। ਪਹਿਲੀ ਅਮੈਂਡਮੈਂਟ ਦੋਨਾਂ ਹਾਊਸਿਸ ਦੀ ਸਿੰਪਲ ਮੈਜੋਰਟੀ ਦੇ ਨਾਲ ਅਮੈਂਡਮੈਂਟ ਕੀਤੀ ਜਾਂਦੀ ਹੈ। ਦੂਸਰੀ ਅਮੈਂਡਮੈਂਟ ਸਪੈਸ਼ਲ ਮੈਜੋਰਟੀ ਦੇ ਨਾਲ ਅਮੈਂਡਮੈਂਟ ਕੀਤੀ ਜਾਂਦੀ ਹੈ ਜਿਸ ਵਿੱਚ 2/3 ਮੈਂਬਰ ਪ੍ਰੈਜ਼ੈਂਟ ਹੋਣੇ ਚਾਹੀਦੇ ਆ ਔਰ ਕਮ ਸੇ ਕਮ ਹਾਫ ਤੋਂ ਜ਼ਿਆਦਾ ਮੈਂਬਰਾਂ ਦੀ ਵੋਟਿੰਗ ਹੋਣੀ ਚਾਹੀਦੀ ਹੈ। ਹਾਫ ਤੋਂ ਜ਼ਿਆਦਾ ਕਿ ਟੋਟਲ ਮੈਂਬਰਾਂ ਦੇ ਹਾਫ। ਜੇਕਰ ਸਾਡੇ ਕੋਲ ਟੋਟਲ ਮੈਂਬਰ 500 ਹੈ ਅਤੇ ਉਸ ਦੇ ਹਾਫ 250 ਮੈਂਬਰਾਂ ਦੀ ਵੋਟਿੰਗ ਹੋਣੀ ਚਾਹੀਦੀ ਹੈ ਤਾਂ ਹੀ ਉਹ ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਅੱਗੇ ਪੜ੍ਹਦੇ ਹਾਂ ਜੀ। ਤੀਸਰੀ ਅਮੈਂਡਮੈਂਟ ਦੋਨਾਂ ਹਾਊਸਿਸ ਦੀ ਸਪੈਸ਼ਲ ਮੈਜੋਰਟੀ ਦੇ ਨਾਲ ਕੀਤੀ ਜਾਂਦੀ ਹੈ ਪਰ ਉਸ ਦੇ ਵਿੱਚ 1/2 ਸਟੇਟ ਲੈਜਿਸਲੇਚਰ ਹੁੰਦੇ ਨੇ, ਮਤਲਬ ਅੱਧੇ ਰਾਜਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਅੱਗੇ ਪੜ੍ਹਦੇ ਹਾਂ ਜੀ। ਭਾਰਤ ਦੇ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਸ਼ਾਮਲ ਨੇ। 22 ਭਾਸ਼ਾਵਾਂ ਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਮਾਨਤਾ ਦਿੱਤੀ ਗਈ ਹੈ ਔਰ ਐਡੀਸ਼ਨਲ ਭਾਸ਼ਾ ਇੰਗਲਿਸ਼ ਨੂੰ ਰੱਖਿਆ ਗਿਆ ਹੈ।
ਹੁਣ ਪੜ੍ਹਦੇ ਹਾਂ ਭਾਰਤ ਦੇ ਸੰਵਿਧਾਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿੱਥੋਂ ਲਈਆਂ ਗਈਆਂ ਨੇ। ਸਭ ਤੋਂ ਪਹਿਲਾਂ ਬ੍ਰਿਟੇਨ ਦੀ ਗੱਲ ਕਰਦੇ ਹਾਂ। ਬ੍ਰਿਟੇਨ ਦੇ ਵਿੱਚੋਂ ਲਾ ਮੇਕਿੰਗ ਪ੍ਰੋਸੀਜਰਸ, ਰੂਲਸ ਆਫ ਲਾ, ਸਿੰਗਲ ਸਿਟੀਜ਼ਨਸ਼ਿਪ, ਬਾਈਕੈਮਰਲ ਪਾਰਲੀਮੈਂਟਰੀ ਸਿਸਟਮ, ਭਾਵ ਕਾਨੂੰਨ ਬਣਾਉਣ ਦੀ ਵਿਧੀ, ਕਾਨੂੰਨ ਦੇ ਨਿਯਮ, ਇਕੱਲੀ ਨਾਗਰਿਕਤਾ, ਦੋ ਕੈਮਰਲ ਸੰਸਦ ਪ੍ਰਣਾਲੀ, ਕੈਗ ਦਾ ਦਫ਼ਤਰ, ਇਹ ਸਾਰੀਆਂ ਚੀਜ਼ਾਂ ਬ੍ਰਿਟੇਨ ਤੋਂ ਲਈਆਂ ਗਈਆਂ ਨੇ। ਨੈਕਸਟ ਪੜ੍ਹਦੇ ਹਾਂ ਜੀ, USA ਦੇ ਵਿੱਚੋਂ ਕੀ ਲਿਆ ਗਿਆ ਹੈ। ਇੰਡੀਪੈਂਡੈਂਸ ਆਫ ਜੁਡੀਸ਼ਰੀ, ਜੁਡੀਸ਼ੀਅਲ ਰਿਵਿਊ, ਫੰਡਾਮੈਂਟਲ ਰਾਈਟਸ। ਮੋਸਟ ਇੰਪੋਰਟੈਂਟ ਕੁਐਸਚਨ, ਫੰਡਾਮੈਂਟਲ ਰਾਈਟਸ ਕਿੱਥੋਂ ਲਏ ਗਏ ਨੇ? USA ਤੋਂ ਲਏ ਗਏ ਨੇ। ਰਿਮੂਵਲ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਜੱਜਿਸ, ਪ੍ਰੀਐਂਬਲਸ ਐਂਡ ਫੰਕਸ਼ਨਸ ਆਫ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ, ਭਾਵ ਨਿਆਂਪਾਲਿਕਾ ਦੀ ਆਜ਼ਾਦੀ, ਨਿਆਇਕ ਸਮੀਖਿਆ, ਬੁਨਿਆਦੀ ਅਧਿਕਾਰ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣਾ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਪ੍ਰਸਤਾਵਿਤ ਅਤੇ ਕਾਰਜ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ USA ਤੋਂ ਲਈਆਂ ਗਈਆਂ ਨੇ। ਇਹ ਤੁਸੀਂ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ, ਤਾਂ ਹੀ ਤੁਸੀਂ ਐਗਜ਼ਾਮ ਦੇ ਵਿੱਚ ਸਹੀ ਕੁਐਸਚਨ ਦਾ ਆਨਸਰ ਦੇ ਸਕੋਗੇ। ਨੈਕਸਟ ਪੜ੍ਹਦੇ ਹਾਂ ਜੀ, ਕੈਨੇਡਾ ਦੇ ਵਿੱਚੋਂ ਕੀ ਲਿਆ ਗਿਆ ਹੈ। ਫੈਡਰਲ ਵਿਦ ਸਟਰੋਂਗ ਸੈਂਟਰ ਟੂ ਪ੍ਰੋਵਾਈਡ ਰੈਜੂਡਰੀ ਪਾਵਰ ਟੂ ਦਾ ਸੈਂਟਰ, ਸੁਪਰੀਮ ਕੋਰਟਸ ਐਡਵਾਈਜ਼ਰੀ ਯੂਰਿਸਡਿਕਸ਼ਨ, ਭਾਵ ਕੇਂਦਰ ਦੇ ਨਾਲ ਸੰਘੀ ਕੇਂਦਰ ਨੂੰ ਰਿਹਾਇਸ਼ੀ ਅਧਿਕਾਰ ਪ੍ਰਦਾਨ ਕਰਨ ਲਈ ਸੁਪਰੀਮ ਕੋਰਟ ਦਾ ਸਲਾਹਕਾਰ ਅਧਿਕਾਰ ਖੇਤਰ। ਇਹ ਸਾਰੀਆਂ ਚੀਜ਼ਾਂ ਕੈਨੇਡਾ ਦੇ ਵਿੱਚੋਂ ਲਈਆਂ ਗਈਆਂ ਨੇ। ਨੈਕਸਟ ਪੜ੍ਹਦੇ ਹਾਂ ਜੀ, ਆਇਰਲੈਂਡ ਦੇ ਵਿੱਚੋਂ ਕੀ ਲਿਆ ਗਿਆ ਹੈ। ਡੈਰੀਵੇਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਮੈਥਡ ਆਫ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਐਂਡ ਦਾ ਨੋਮੀਨੇਸ਼ਨ ਆਫ ਮੈਂਬਰਸ ਟੂ ਰਾਜ ਸਭਾ ਬਾਏ ਦਾ ਪ੍ਰੈਜ਼ੀਡੈਂਟ, ਭਾਵ ਰਾਜਨੀਤੀ ਦਾ ਵਿਅੰਗਕ ਸਿਧਾਂਤ, ਰਾਸ਼ਟਰਪਤੀ ਚੋਣਾਂ ਦਾ ਅਤੇ ਰਾਸ਼ਟਰਪਤੀ ਦੁਆਰਾ ਰਾਜ ਸਭਾ ਲਈ ਮੈਂਬਰਾਂ ਦੀ ਨਾਮਜ਼ਦਗੀ। ਇਹ ਸਾਰੀਆਂ ਚੀਜ਼ਾਂ ਆਇਰਲੈਂਡ ਤੋਂ ਲਈਆਂ ਗਈਆਂ ਹਨ। ਨੈਕਸਟ ਪੜ੍ਹਦੇ ਹਾਂ ਜੀ, ਜਰਮਨੀ ਦੇ ਵਿੱਚੋਂ ਕੀ ਲਿਆ ਗਿਆ ਹੈ। ਪ੍ਰੋਵੀਜ਼ਨਸ ਕੰਸਰਨਿੰਗ ਦਾ ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡਿਊਰਿੰਗ ਐਮਰਜੈਂਸੀ, ਭਾਵ ਐਮਰਜੈਂਸੀ ਦੌਰਾਨ ਬੁਨਿਆਦੀ ਅਧਿਕਾਰਾਂ ਦੀ ਮੁਅੱਤਲੀ ਸੰਬੰਧੀ ਪ੍ਰਬੰਧ। ਇਹ ਸਾਰੀਆਂ ਚੀਜ਼ਾਂ ਜਰਮਨੀ ਤੋਂ ਲਈਆਂ ਗਈਆਂ ਨੇ। ਅੱਗੇ ਪੜ੍ਹਦੇ ਹਾਂ ਜੀ, ਆਸਟ੍ਰੇਲੀਆ ਦੇ ਵਿੱਚੋਂ ਕੀ ਲਿਆ ਗਿਆ ਹੈ। ਆਈਡੀਆ ਆਫ ਕੌਨਕਰੈਂਟ ਲਿਸਟ, ਟ੍ਰੇਡ ਐਂਡ ਕਮਰਸ ਪ੍ਰੋਵੀਜ਼ਨਸ, ਭਾਵ ਸਮਕਾਲੀ ਸੂਚੀ ਦਾ ਵਿਚਾਰ, ਵਪਾਰ ਅਤੇ ਵਣਜ ਪ੍ਰਬੰਧ। ਇਹ ਸਾਰੀਆਂ ਚੀਜ਼ਾਂ ਆਸਟ੍ਰੇਲੀਆ ਤੋਂ ਲਈਆਂ ਗਈਆਂ ਨੇ। ਨੈਕਸਟ ਪੜ੍ਹਦੇ ਹਾਂ ਜੀ, ਸਾਊਥ ਅਫਰੀਕਾ ਤੋਂ ਕੀ ਲਿਆ ਗਿਆ ਹੈ। ਅਮੈਂਡਮੈਂਟ ਵਿਦ 2/3 ਮੈਜੋਰਿਟੀ ਇਨ ਪਾਰਲੀਮੈਂਟ ਐਂਡ ਇਲੈਕਸ਼ਨ ਆਫ ਦਾ ਮੈਂਬਰਸ ਆਫ ਰਾਜ ਸਭਾ ਔਨ ਦਾ ਬੇਸਿਸ ਆਫ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ, ਭਾਵ ਸੰਸਦ ਵਿੱਚ 2/3 ਬਹੁਮਤ ਨਾਲ ਸੋਧ ਅਤੇ ਅਨੁਪਾਤਕ ਨੁਮਾਇੰਦਗੀ ਦੇ ਆਧਾਰ 'ਤੇ ਰਾਜ ਸਭਾ ਦੇ ਮੈਂਬਰਾਂ ਦੀ ਚੋਣ। ਇਹ ਸਾਰੀਆਂ ਚੀਜ਼ਾਂ ਸਾਊਥ ਅਫਰੀਕਾ ਤੋਂ ਲਈਆਂ ਗਈਆਂ ਨੇ। ਨੈਕਸਟ ਪੜ੍ਹਦੇ ਹਾਂ ਜੀ, ਫਰਾਂਸ ਦੇ ਵਿੱਚੋਂ ਕੀ ਲਿਆ ਗਿਆ ਹੈ। ਰਿਪਬਲਿਕੇਸ਼ਨ ਸਿਸਟਮ, ਪ੍ਰਿੰਸੀਪਲ ਆਫ ਲਿਬਰਟੀ, ਇਕੁਐਲਿਟੀ ਐਂਡ ਫਲੈਟਰਨਿਟੀ। ਇਹ ਸਾਰੀਆਂ ਚੀਜ਼ਾਂ ਫਰਾਂਸ ਤੋਂ ਲਈਆਂ ਗਈਆਂ ਨੇ, ਭਾਵ ਗਣਤੰਤਰ ਪ੍ਰਣਾਲੀ, ਆਜ਼ਾਦੀ ਦੇ ਸਿਧਾਂਤ, ਸਮਾਨਤਾ ਅਤੇ ਪ੍ਰਪਨ। ਨੈਕਸਟ ਪੜ੍ਹਦੇ ਹਾਂ ਜੀ, USSR ਤੋਂ ਕੀ ਲਿਆ ਗਿਆ ਹੈ। ਫੰਡਾਮੈਂਟਲਸ ਡਿਊਟੀਜ਼, ਫੰਡਾਮੈਂਟਲ ਡਿਊਟੀਜ਼ ਬਹੁਤ ਹੀ ਮਹੱਤਵਪੂਰਨ ਕੁਐਸਚਨ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਫੰਡਾਮੈਂਟਲ ਡਿਊਟੀਜ਼ ਕਿੱਥੋਂ ਲਈਆਂ ਗਈਆਂ ਨੇ। USSR ਤੋਂ। ਆਈਡੀਆਜ਼ ਆਫ ਜਸਟਿਸ ਇਨ ਪ੍ਰੈਂਬਲ, ਭਾਵ ਬੁਨਿਆਦੀ ਫਰਜ਼ਾਂ ਅਤੇ ਪ੍ਰਸਤਾਵ ਵਿੱਚ ਨਿਆਂ ਦੇ ਵਿਚਾਰ। ਇਹ ਸਾਰੀਆਂ ਚੀਜ਼ਾਂ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਲਈਆਂ ਗਈਆਂ ਨੇ, ਇਹ ਤੁਸੀਂ ਜ਼ਰੂਰ ਯਾਦ ਰੱਖੋਗੇ। ਨੈਕਸਟ ਅਸੀਂ ਪੜ੍ਹਾਂਗੇ ਸੰਵਿਧਾਨ ਦੇ ਵਿੱਚ ਮਹੱਤਵਪੂਰਨ ਪਾਰਟਸ, ਆਰਟੀਕਲਸ, ਸ਼ਡਿਊਲਸ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਕਰਨੀਆਂ ਪੈਣਗੀਆਂ, ਤਾਂ ਹੀ ਤੁਸੀਂ ਐਗਜ਼ਾਮ ਦੇ ਵਿੱਚ ਆਪਣਾ ਬੈਸਟ ਦੇ ਸਕਦੇ ਹੋ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ 4 ਪਾਰਟਸ ਦੇ ਬਾਰੇ ਹੀ ਪੜ੍ਹਾਵਾਂਗਾ, ਬਾਕੀ ਦੇ ਪਾਰਟਸ, ਆਰਟੀਕਲਸ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਵਾਂਗਾ। ਸੋ ਬਹੁਤ ਹੀ ਸੌਖੇ ਤਰੀਕੇ ਨਾਲ ਪੜ੍ਹਾਉਣ ਦੀ ਕੋਸ਼ਿਸ਼ ਕਰਾਂਗਾ। ਪਾਰਟ 1 ਦੇ ਵਿੱਚ ਯੂਨੀਅਨ ਐਂਡ ਇਟਸ ਟੈਰੀਟੋਰੀ ਦੀ ਗੱਲ ਕੀਤੀ ਗਈ ਹੈ। ਪਾਰਟ 2 ਦੇ ਵਿੱਚ ਸਿਟੀਜ਼ਨਸ਼ਿਪ ਦੀ ਗੱਲ ਕੀਤੀ ਗਈ ਹੈ। ਪਾਰਟ 3 ਦੇ ਵਿੱਚ ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਗਈ ਹੈ। ਪਾਰਟ 4 ਦੇ ਵਿੱਚ ਸਟੇਟ ਪੋਲਿਸੀ ਦੀ ਗੱਲ ਕੀਤੀ ਗਈ ਹੈ। ਔਰ ਪਾਰਟ 4A ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕੀਤੀ ਗਈ ਹੈ। ਇਹ ਤੁਸੀਂ ਯਾਦ ਰੱਖਣੇ ਆ। ਪਾਰਟ
1 ਦੇ ਵਿੱਚ ਯੂਨੀਅਨ ਐਂਡ ਇਟਸ ਟੈਰੀਟੋਰੀ, ਪਾਰਟ 2 ਦੇ ਵਿੱਚ ਸਿਟੀਜ਼ਨਸ਼ਿਪ, ਪਾਰਟ 3 ਦੇ ਵਿੱਚ ਫੰਡਾਮੈਂਟਲ ਰਾਈਟਸ, ਪਾਰਟ 4 ਦੇ ਵਿੱਚ ਸਟੇਟ ਪੋਲਿਸੀ, ਪਾਰਟ 4 ਇਹਦੇ ਵਿੱਚ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕੀਤੀ ਗਈ ਹੈ। ਸੋ ਫਸਟ ਪਾਰਟ ਦੇ ਵਿੱਚ ਆਰਟੀਕਲ 1 ਤੋਂ ਲੈ ਕੇ 4 ਤੱਕ ਯੂਨੀਅਨ ਐਂਡ ਇਟਸ ਟੈਰੀਟੋਰੀ ਬਾਰੇ ਦੱਸਿਆ ਗਿਆ ਹੈ। ਪਾਰਟ 2 ਦੇ ਵਿੱਚ ਆਰਟੀਕਲ 5 ਤੋਂ ਲੈ ਕੇ 11 ਤੱਕ ਸਿਟੀਜ਼ਨਸ਼ਿਪ ਦੇ ਬਾਰੇ ਗੱਲ ਕੀਤੀ ਗਈ ਹੈ, ਔਰ ਪਾਰਟ 3 ਦੇ ਵਿੱਚ ਫੰਡਾਮੈਂਟਲ ਰਾਈਟਸ ਦੇ ਬਾਰੇ ਦੱਸਿਆ ਗਿਆ ਹੈ। ਆਰਟੀਕਲ 12 ਦੇ ਵਿੱਚ ਫੰਡਾਮੈਂਟਲ ਰਾਈਟਸ ਦੀ ਡੈਫੀਨੇਸ਼ਨ ਦਿੱਤੀ ਗਈ ਹੈ, ਔਰ ਉਸ ਤੋਂ ਬਾਅਦ ਨੈਕਸਟ ਆਰਟੀਕਲ 13 ਦੇ ਵਿੱਚ ਲਾ ਇਨਕਨਸਿਸਟੈਂਟ ਵਿਦ ਔਰ ਇਨ ਡੈਰੋਗੇਸ਼ਨ ਆਫ ਦਾ ਫੰਡਾਮੈਂਟਲ ਰਾਈਟਸ, ਭਾਵ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਜਾਂ ਕਾਨੂੰਨ ਦੀ ਉਲੰਘਣਾ ਆਰਟੀਕਲ 13 ਦੇ ਵਿੱਚ ਕਿਹਾ ਗਿਆ ਹੈ। ਨੈਕਸਟ ਰਾਈਟ ਟੂ ਇਕੁਐਲਿਟੀ, ਆਰਟੀਕਲ 14 ਦੇ ਵਿੱਚ ਇਕੁਐਲਿਟੀ ਬਿਫੋਰ ਲਾ ਦੀ ਗੱਲ ਕੀਤੀ ਗਈ ਹੈ, ਕਾਨੂੰਨ ਦੇ ਸਾਹਮਣੇ ਸਮਾਨਤਾ। ਨੈਕਸਟ ਅਸੀਂ ਪੜ੍ਹਾਂਗੇ ਆਰਟੀਕਲ 15 ਦੇ ਵਿੱਚ ਪ੍ਰੋਹੀਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ ਔਰ ਪਲੇਸ ਆਫ ਬਰਥ, ਮਤਲਬ ਧਰਮ, ਜਾਤ, ਲਿੰਗ ਜਾਂ ਸਥਾਨ ਦੇ ਆਧਾਰ 'ਤੇ ਵਿਤਕਰੇ ਦੀ ਮਨਾਹੀ। ਇਹ ਆਰਟੀਕਲ 15 ਦੇ ਵਿੱਚ ਗੱਲ ਕੀਤੀ ਗਈ ਹੈ। ਆਰਟੀਕਲ 16 ਦੇ ਵਿੱਚ ਇਕੁਐਲਿਟੀ ਆਫ ਅਪਰਚੂਨਿਟੀ ਇਨ ਮੈਟਰਸ ਆਫ ਪਬਲਿਕ ਇੰਪਲੋਇਮੈਂਟ, ਭਾਵ ਜਨਤਕ ਰੁਜ਼ਗਾਰ ਦੇ ਮਾਮਲਿਆਂ ਵਿੱਚ ਮੌਕੇ ਦੀ ਸਮਾਨਤਾ। ਇਹ ਸਾਰੀਆਂ ਚੀਜ਼ਾਂ ਆਰਟੀਕਲ 16 ਦੇ ਵਿੱਚ ਕਹੀਆਂ ਗਈਆਂ ਨੇ। ਆਰਟੀਕਲ 17 ਦੇ ਵਿੱਚ ਓਬਲੀਸ਼ਨ ਆਫ ਅਨਟੱਚੇਬਿਲਿਟੀ, ਭਾਵ ਛੂਤ ਦਾ ਖਾਤਮਾ। ਨੈਕਸਟ ਆਰਟੀਕਲ 18 ਵਿੱਚ ਅਬਲੀਸ਼ਨ ਆਫ ਟਾਈਟਲਸ, ਭਾਵ ਸਿਰਲੇਖ ਦਾ ਖਾਤਮਾ। ਨੈਕਸਟ ਅਸੀਂ ਪੜ੍ਹਾਂਗੇ ਰਾਈਟ ਟੂ ਫਰੀडम। ਆਰਟੀਕਲ 19 ਦੇ ਵਿੱਚ ਪ੍ਰੋਟੈਕਸ਼ਨ ਆਫ ਸਰਟਨ ਰਾਈਟਸ ਰਿਗਾਰਡਿੰਗ ਫਰੀडम ਆਫ ਸਪੀਚ ਐਟਸੈਟਰਾ, ਬੋਲਣ ਦੀ ਆਜ਼ਾਦੀ ਸੰਬੰਧੀ ਕੁਝ ਅਧਿਕਾਰਾਂ ਦੀ ਰਾਖੀ ਆਦਿ। ਆਰਟੀਕਲ 20 ਦੇ ਵਿੱਚ ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਫਾਰ ਓਫੈਂਸ, ਭਾਵ ਅਪਰਾਧ ਲਈ ਸਜ਼ਾ ਦੇ ਸੰਬੰਧ ਵਿੱਚ ਸੁਰੱਖਿਆ। ਨੈਕਸਟ ਆਰਟੀਕਲ 21 ਦੇ ਵਿੱਚ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ, ਭਾਵ ਜੀਵਨ ਅਤੇ ਨਿੱਜੀ ਆਜ਼ਾਦੀ ਦੀ ਰੱਖਿਆ। ਨੈਕਸਟ ਅਸੀਂ ਪੜ੍ਹਾਂਗੇ ਆਰਟੀਕਲ 21A ਰਾਈਟ ਟੂ ਐਜੂਕੇਸ਼ਨ। ਦੇਖੋ ਦੋਸਤੋ, ਇਹ ਸਾਰੇ ਆਰਟੀਕਲ ਬਹੁਤ ਹੀ ਮਹੱਤਵਪੂਰਨ ਆਰਟੀਕਲ ਨੇ ਜਿਹੜੇ ਤੁਹਾਨੂੰ ਮੈਂ ਪੜ੍ਹਾ ਰਿਹਾ, ਔਰ ਤੁਹਾਨੂੰ ਇਹ ਯਾਦ ਕਰਨੇ ਪੈਣਗੇ। ਤੁਸੀਂ ਇਹ ਵੀਡੀਓ ਨੂੰ ਬਾਰ-ਬਾਰ ਵੀ ਦੇਖ ਸਕਦੇ ਹੋ ਔਰ ਇਸ ਦੇ ਨੋਟਸ ਵੀ ਬਣਾ ਸਕਦੇ ਹੋ, ਤਾਂ ਹੀ ਤੁਸੀਂ ਇਹਨਾਂ ਨੂੰ ਯਾਦ ਕਰ ਸਕੋਗੇ। ਨੈਕਸਟ ਆਰਟੀਕਲ 22 ਦੇ ਵਿੱਚ ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ ਇਨ ਸਰਟਨ ਕੇਸਿਸ, ਭਾਵ ਗ੍ਰਿਫਤਾਰ ਕਰਨ ਅਤੇ ਕੁਝ ਖਾਸ ਕੈਦ ਵਿੱਚ ਨਜ਼ਰਬੰਦੀ ਤੋਂ ਬਚਾਅ। ਨੈਕਸਟ ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਸ਼ੋਸ਼ਣ ਵਿਰੁੱਧ ਅਧਿਕਾਰ। ਆਰਟੀਕਲ 23 ਦੇ ਵਿੱਚ ਪ੍ਰੋਹੀਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸ ਲੇਬਰ। ਆਰਟੀਕਲ 23 ਦੇ ਵਿੱਚ ਪ੍ਰੋਹੀਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸ ਲੇਬਰ, ਭਾਵ ਮਨੁੱਖਾਂ ਵਿੱਚ ਆਵਾਜਾਈ ਦੀ ਮਨਾਹੀ ਅਤੇ ਜ਼ਬਰਦਸਤੀ ਮਜ਼ਦੂਰੀ ਦੀ ਮਨਾਹੀ। ਇਹ ਆਰਟੀਕਲ 23 ਦੇ ਵਿੱਚ ਦਿੱਤਾ ਗਿਆ ਹੈ। ਆਰਟੀਕਲ 24 ਦੇ ਵਿੱਚ ਪ੍ਰੋਵੀਜ਼ਨ ਆਫ ਇੰਪਲੋਇਮੈਂਟ ਆਫ ਚਿਲਡਰਨ ਇਨ ਫੈਕਟਰੀਜ਼, ਭਾਵ ਫੈਕਟਰੀਆਂ ਆਦਿ ਵਿੱਚ ਬੱਚਿਆਂ ਦੇ ਰੁਜ਼ਗਾਰ 'ਤੇ ਰੋਕ। ਨੈਕਸਟ ਰਾਈਟ ਟੂ ਫਰੀडम ਆਫ ਰਿਲੀਜਨ। ਆਰਟੀਕਲ 25 ਦੇ ਵਿੱਚ ਫਰੀडम ਆਫ ਕੌਨਸਾਇੰਸ ਐਂਡ ਫਰੀ ਪ੍ਰੋਫੈਸ਼ਨ ਪ੍ਰੈਕਟਿਸ ਐਂਡ ਪ੍ਰੋਪਾਗੇਸ਼ਨ ਆਫ ਰਿਲੀਜਨ, ਭਾਵ ਜ਼ਮੀਰ ਦੀ ਆਜ਼ਾਦੀ ਅਤੇ ਮੁਫਤ ਪੇਸ਼ੇ ਅਭਿਆਸ ਅਤੇ ਧਰਮ ਦਾ ਪ੍ਰਚਾਰ। ਨੈਕਸਟ ਆਰਟੀਕਲ 26 ਦੇ ਵਿੱਚ ਫਰੀडम ਟੂ ਮੈਨੇਜ ਰਿਲੀਜੀਅਸ ਅਫੇਅਰਸ, ਧਾਰਮਿਕ ਮਾਮਲਿਆਂ ਦੇ ਪ੍ਰਬੰਧ ਦੀ ਆਜ਼ਾਦੀ। ਨੈਕਸਟ ਪੜ੍ਹਦੇ ਹਾਂ ਜੀ ਆਰਟੀਕਲ 27 ਦੇ ਵਿੱਚ ਫਰੀडम ਐਜ਼ ਟੂ ਪੇਮੈਂਟ ਆਫ ਟੈਕਸਿਸ ਫॉर ਪ੍ਰਮੋਸ਼ਨ ਆਫ ਐਨੀ ਪਾਰਟੀਕੂਲਰ ਰੀਜਨ, ਭਾਵ ਕਿਸੇ ਵਿਸ਼ੇਸ਼ ਧਰਮ ਦੇ ਪ੍ਰਚਾਰ ਲਈ ਟੈਕਸਾਂ ਦੀ ਅਦਾਇਗੀ ਦੀ ਆਜ਼ਾਦੀ। ਨੈਕਸਟ ਪੜ੍ਹਦੇ ਹਾਂ ਜੀ ਆਰਟੀਕਲ 28 ਦੇ ਵਿੱਚ ਫਰੀडम ਐਜ਼ ਟੂ ਅਟੈਂਡੈਂਸ ਐਟ ਰਿਲੀਜੀਅਸ ਇੰਸਟਰਕਸ਼ਨ ਔਰ ਰਿਲੀਜੀਅਸ ਵਰਸ਼ਿਪ ਇਨ ਸਰਟਨ ਐਜੂਕੇਸ਼ਨਲ ਇੰਸਟੀਟਿਊਸ਼ਨ,
ਮਤਲਬ ਕੁਝ ਵਿਦਿਅਕ ਸੰਸਥਾਵਾਂ ਵਿੱਚ ਧਾਰਮਿਕ ਹਦਾਇਤਾਂ ਜਾਂ ਧਾਰਮਿਕ ਪੂਜਾ ਵਿੱਚ ਸ਼ਾਮਿਲ ਹੋਣ ਦੀ ਆਜ਼ਾਦੀ। ਉਸ ਤੋਂ ਬਾਅਦ ਨੈਕਸਟ ਚੱਲਦੇ ਹਾਂ ਜੀ, ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਆਰਟੀਕਲ 29 ਦੇ ਵਿੱਚ ਪ੍ਰੋਟੈਕਸ਼ਨ ਆਫ ਇੰਟਰਸਟਸ ਆਫ ਮਿਨੋਰਿਟੀਜ਼, ਭਾਵ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ। ਆਰਟੀਕਲ 30 ਦੇ ਵਿੱਚ ਰਾਈਟ ਆਫ ਮਿਨੋਰਿਟੀ ਇਜ਼ ਟੂ ਇਸਟੈਬਲਿਸ਼ ਐਂਡ ਐਡਮਿਨਿਸਟ੍ਰੇਟਰ ਐਜੂਕੇਸ਼ਨਲ ਇੰਸਟੀਟਿਊਸ਼ਨਸ, ਘੱਟ ਗਿਣਤੀਆਂ ਦਾ ਵਿਦਿਅਕ ਅਦਾਰਿਆਂ ਦੀ ਸਥਾਪਨਾ ਅਤੇ ਪ੍ਰਬੰਧਨ ਦਾ ਅਧਿਕਾਰ। ਨੈਕਸਟ, ਸੇਵਿੰਗ ਆਫ ਸਰਟੇਨ ਲਾਜ਼। ਆਰਟੀਕਲ 31 ਏ ਦੇ ਵਿੱਚ ਸੇਵਿੰਗ ਆਫ ਲਾਜ਼ ਪ੍ਰੋਵਾਈਡਿੰਗ ਫਾਰ ਐਕੁਜੀਸ਼ਨ ਆਫ ਸਟੇਟ, ਮਤਲਬ ਜਾਇਦਾਦ ਦੀ ਪ੍ਰਾਪਤੀ ਲਈ ਮੁਹੱਈਆ ਕਰਵਾਏ ਕਾਨੂੰਨਾਂ ਦੀ ਬਚਤ। ਨੈਕਸਟ ਪੜ੍ਹਦੇ ਹਾਂ ਜੀ, ਆਰਟੀਕਲ 35 ਏ ਦੇ ਵਿੱਚ ਵੈਲੀਡੇਸ਼ਨ ਆਫ ਸਰਟਨ ਐਕਟਸ ਐਂਡ ਰੈਗੂਲੇਸ਼ਨਸ, ਕੁਝ ਕਾਰਜਾਂ ਅਤੇ ਨਿਯਮਾਂ ਦੀ ਪ੍ਰਮਾਣਿਕਤਾ। ਨੈਕਸਟ, ਆਰਟੀਕਲ 31 ਸੀ, ਸੇਵਿੰਗ ਆਫ ਲਾਜ਼ ਗਿਵਿੰਗ ਇਫੈਕਟ ਟੂ ਸਰਟਨ ਡਾਇਰੈਕਟਿਵ ਪ੍ਰਿੰਸੀਪਲਸ, ਕੁਝ ਸੇਧ ਦੇ ਸਿਧਾਂਤਾਂ ਨੂੰ ਪ੍ਰਭਾਵਿਤ ਕਰਦੇ ਹੋਏ ਕਾਨੂੰਨ ਦੀ ਬਚਤ। ਅੱਗੇ ਪੜ੍ਹਦੇ ਹਾਂ, ਰਾਈਟ ਟੂ ਕੰਸਟੀਟਿਊਸ਼ਨਲ ਰੈਮਡੀਜ਼, ਸੰਵਿਧਾਨਕ ਉਪਚਾਰ ਦਾ ਅਧਿਕਾਰ। ਆਰਟੀਕਲ 32 ਦੇ ਵਿੱਚ ਰੈਮਡੀਜ਼ ਫॉर ਇਨਫੋਰਸਮੈਂਟ ਆਫ ਰਾਈਟਸ ਕਨਫਰਡ ਬਾਈ ਦਿਸ ਪਾਰਟ, ਇਸ ਹਿੱਸੇ ਦੁਆਰਾ ਦਿੱਤੇ ਅਧਿਕਾਰਾਂ ਨੂੰ ਲਾਗੂ ਕਰਨ ਦੇ ਉਪਚਾਰ। ਆਰਟੀਕਲ 33 ਦੇ ਵਿੱਚ ਪਾਵਰ ਆਫ ਪਾਰਲੀਮੈਂਟ ਟੂ ਮੋਡੀਫਾਈ ਦਾ ਰਾਈਟਸ ਕਨਫਰਡ ਬਾਈ ਦਿਸ ਪਾਰਟ ਇਨ ਦੇਅਰ ਐਪਲੀਕੇਸ਼ਨ ਟੂ ਫੋਰਸਸ ਐਟਸੈਟਰਾ, ਭਾਵ ਪਾਰਲੀਮੈਂਟ ਦੀ ਸ਼ਕਤੀ ਇਸ ਹਿੱਸੇ ਦੁਆਰਾ ਦਿੱਤੇ ਗਏ ਅਧਿਕਾਰਾਂ ਨੂੰ ਸੋਧਣ ਦੀ ਸ਼ਕਤੀ। ਆਰਟੀਕਲ 34 restriction on rights conferred by this part while material law is in force in any area। ਉਸ ਤੋਂ ਬਾਅਦ ਨੈਕਸਟ ਆਰਟੀਕਲ 35 ਦੇ ਵਿੱਚ legislation to give effects to the previous provision of this part, ਇਸ ਹਿੱਸੇ ਦੀਆਂ ਵਿਵਸਥਾਵਾਂ ਨੂੰ ਪ੍ਰਭਾਵਿਤ ਕਰਨ ਲਈ ਕਾਨੂੰਨ। ਨੈਕਸਟ ਪੜ੍ਹਦੇ ਹਾਂ ਜੀ, ਪਾਰਟ 4 ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਆਰਟੀਕਲ 36 ਦੇ ਵਿੱਚ ਸਟੇਟ ਪੋਲਿਸੀ ਦੀ ਡੈਫੀਨੇਸ਼ਨ ਦਿੱਤੀ ਗਈ ਹੈ। ਆਰਟੀਕਲ 37 ਦੇ ਵਿੱਚ ਐਪਲੀਕੇਸ਼ਨ ਆਫ ਦਾ ਪ੍ਰਿੰਸੀਪਲਸ ਕੰਟੇਨ ਇਨ ਦਿਸ ਪਾਰਟ, ਇਸ ਹਿੱਸੇ ਵਿੱਚ ਸ਼ਾਮਿਲ ਸਿਧਾਂਤਾਂ ਦੀ ਵਰਤੋਂ। ਨੈਕਸਟ, ਆਰਟੀਕਲ 38 ਦੇ ਵਿੱਚ ਸਟੇਟ ਕਿਉਰ ਏ ਸੋਸ਼ਲ ਆਰਡਰ ਫਾਰ ਦਾ ਪ੍ਰਮੋਸ਼ਨ ਆਫ ਵੈਲਫੇਅਰ ਆਫ ਦਾ ਪੀਪਲ, ਲੋਕਾਂ ਦੀ ਭਲਾਈ ਲਈ ਇੱਕ ਸਮਾਜਿਕ ਵਿਵਸਥਾ ਨੂੰ ਸੁਰੱਖਿਅਤ ਕਰਨ ਲਈ ਸਟੇਟਮੈਂਟ। ਨੈਕਸਟ ਪੜ੍ਹਦੇ ਹਾਂ ਜੀ, ਆਰਟੀਕਲ 39 ਦੇ ਵਿੱਚ ਸਰਟਨ ਪ੍ਰਿੰਸੀਪਲਸ ਆਫ ਪੋਲਿਸੀ ਟੂ ਬੀ ਫੋਲੋਡ ਬਾਏ ਦਾ ਸਟੇਟ, ਭਾਵ ਨੀਤੀ ਦੇ ਕੁਝ ਸਿਧਾਂਤ ਰਾਜ ਦੁਆਰਾ ਪਾਲਣ ਕੀਤੇ ਜਾਣੇ ਚਾਹੀਦੇ ਹਨ। ਨੈਕਸਟ, ਆਰਟੀਕਲ 39 ਏ ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ, ਬਰਾਬਰ ਨਿਆਂ ਅਤੇ ਮੁਫਤ ਕਾਨੂੰਨੀ ਸਹਾਇਤਾ। ਤੁਸੀਂ ਇੱਥੇ ਦੇਖ ਰਹੇ ਹੋਵੋਗੇ ਕਿ 39 ਦੇ ਨਾਲ 39 ਏ ਦਾ ਮਤਲਬ ਹੁੰਦਾ ਹੈ ਕਿ ਇਸ ਵਿੱਚ ਅਮੈਂਡਮੈਂਟ ਕੀਤੀ ਗਈ ਹੈ। ਨੈਕਸਟ ਪੜ੍ਹਦੇ ਹਾਂ ਜੀ, ਆਰਟੀਕਲ 40 ਦੇ ਵਿੱਚ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ, ਪਿੰਡਾਂ ਵਾਲਿਆਂ ਨੂੰ ਇਹਦਾ ਪਤਾ ਹੋਣਾ ਚਾਹੀਦਾ ਹੈ ਕਿ ਵਿਲੇਜ ਪੰਚਾਇਤ ਦਾ ਕਿਸ ਆਰਟੀਕਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਆਰਟੀਕਲ 40 ਦੇ ਵਿੱਚ ਵਿਲੇਜ ਪੰਚਾਇਤ ਦਾ ਜ਼ਿਕਰ ਕੀਤਾ ਗਿਆ ਹੈ, ਭਾਵ ਪਿੰਡਾਂ ਦੀਆਂ ਪੰਚਾਇਤਾਂ ਦਾ ਸੰਗਠਨ। ਆਰਟੀਕਲ 41 ਦੇ ਵਿੱਚ ਰਾਈਟ ਟੂ ਵਰਕ ਟੂ ਐਜੂਕੇਸ਼ਨ ਟੂ ਪਬਲਿਕ ਅਸਿਸਟੈਂਸ ਇਨ ਸਰਟਨ ਕੇਸਿਸ, ਭਾਵ ਕੰਮ ਕਰਨ ਦਾ ਅਧਿਕਾਰ, ਵਿੱਦਿਆ ਦਾ ਅਤੇ ਕੁਝ ਮਾਮਲਿਆਂ ਵਿੱਚ ਜਨਤਕ ਸਹਾਇਤਾ ਦਾ। ਆਰਟੀਕਲ 42 ਦੇ ਵਿੱਚ ਪ੍ਰੋਵੀਜ਼ਨ ਫਾਰ ਜਸਟ ਐਂਡ ਹਿਊਮੇਨ ਕੰਡੀਸ਼ਨ ਆਫ ਦਾ ਵਰਕ ਐਂਡ ਮੈਟਰਨਿਟੀ ਰਿਲੀਫ, ਭਾਵ ਕੰਮ ਅਤੇ ਜਣੇਪੇ ਤੋਂ ਰਾਹਤ ਦੀਆਂ ਸਹੀ ਅਤੇ ਮਨੁੱਖੀ ਸਥਿਤੀਆਂ ਲਈ ਪ੍ਰਬੰਧ। ਨੈਕਸਟ ਪੜ੍ਹਦੇ ਹਾਂ ਜੀ, ਆਰਟੀਕਲ 43 ਦੇ ਵਿੱਚ ਲਿਵਿੰਗ ਵੇਜ ਐਟਸੈਟਰਾ ਫਾਰ ਵਰਕਰਸ, ਭਾਵ ਮਜ਼ਦੂਰਾਂ ਲਈ ਰਹਿਣ ਦਿਹਾੜੀ ਆਦਿ। ਨੈਕਸਟ, ਆਰਟੀਕਲ 43 ਦੇ ਵਿੱਚ ਪਾਰਟਿਸਿਪੇਸ਼ਨ ਆਫ ਵਰਕਰਸ ਇਨ ਮੈਨੇਜਮੈਂਟ ਆਫ ਇੰਡਸਟਰੀਜ਼,
ਉਦਯੋਗਾਂ ਦੇ ਪ੍ਰਬੰਧ ਵਿੱਚ ਕਾਮਿਆਂ ਦੀ ਭਾਗੀਦਾਰੀ। ਉਸ ਤੋਂ ਬਾਅਦ ਨੈਕਸਟ ਆਰਟੀਕਲ ਹੈ ਜੀ 43B, ਦ ਸਟੇਟ ਸ਼ੈਲ endeavour ਟੂ ਪ੍ਰਮੋਟ ਵਲੰਟਰੀ ਫਾਰਮੇਸ਼ਨ, autonomous functioning, democratic control and professional management of cooperative societies। ਭਾਵ ਰਾਜ ਸਵੈਇਛਕ ਗਠਨ, ਖੁਦਮੁਖਤਿਆਰੀ ਕਾਰਜਸ਼ੀਲਤਾ, ਜਮਹੂਰੀ ਕੰਟਰੋਲ ਅਤੇ ਸਹਿਕਾਰੀ ਸੰਭਾਵਾਂ ਦੇ ਪੇਸ਼ੇਵਰ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਯਤਨ। ਨੈਕਸਟ ਆਰਟੀਕਲ ਹੈ ਜੀ 44, ਇਸ ਵਿੱਚ ਯੂਨੀਫਾਰਮ ਸਿਵਲ ਕੋਡ ਫॉर ਦ ਸਿਟੀਜ਼ਨਸ, ਭਾਵ ਨਾਗਰਿਕਾਂ ਲਈ ਇਕਸਾਰ ਸਿਵਲ ਕੋਡ। ਉਸ ਤੋਂ ਬਾਅਦ ਆਰਟੀਕਲ 45 ਦੇ ਵਿੱਚ ਪ੍ਰਮੋਸ਼ਨ ਫॉर अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਟੂ ਚਿਲਡਰਨ ਬਿਲੋ ਦ ਏਜ ਆਫ 6 ਈਅਰ, ਭਾਵ ਬਚਪਨ ਦੀ ਦੇਖਭਾਲ ਅਤੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿੱਖਿਆ ਦੇ ਲਈ ਉਤਸ਼ਾਹ ਕਰਨਾ। ਇਹ ਗੱਲ ਆਰਟੀਕਲ 45 ਦੇ ਵਿੱਚ ਕਹੀ ਗਈ ਹੈ ਜੀ। ਉਸ ਤੋਂ ਬਾਅਦ ਆਰਟੀਕਲ 46 ਦੇ ਵਿੱਚ ਪ੍ਰਮੋਸ਼ਨ ਆਫ ਐਜੂਕੇਸ਼ਨਲ ਐਂਡ ਇਕਨੋਮਿਕ ਇੰਟਰਸਟ ਆਫ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ ਐਂਡ ਅਦਰ ਵੀਕਰ ਸੈਕਸ਼ਨਸ, ਭਾਵ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਕਮਜ਼ੋਰ ਵਰਗਾਂ ਦੇ ਵਿੱਦਿਅਕ ਅਤੇ ਆਰਥਿਕ ਹਿੱਤਾਂ ਨੂੰ ਉਤਸ਼ਾਹਿਤ ਕਰਨਾ। ਇਹ ਗੱਲ ਆਰਟੀਕਲ 46 ਦੇ ਵਿੱਚ ਕਹੀ ਗਈ ਹੈ। ਉਸ ਤੋਂ ਬਾਅਦ ਆਰਟੀਕਲ 47 ਦੇ ਵਿੱਚ ਡਿਊਟੀ ਆਫ ਸਟੇਟ ਟੂ ਰੇਜ਼ ਦ ਲੈਵਲ ਆਫ ਨਿਊਟ੍ਰੀਸ਼ਨ ਐਂਡ ਦ ਸਟੈਂਡਰਡ ਆਫ ਲਿਵਿੰਗ ਐਂਡ ਟੂ ਪ੍ਰੋਵਾਈਡ ਇੰਪਰੂਵ ਪਬਲਿਕ ਹੈਲਥ, ਭਾਵ ਪੋਸ਼ਣ ਅਤੇ ਜੀਵਨ ਪੱਧਰ ਨੂੰ ਉਚਿਤ ਕਰਨ ਅਤੇ ਜਨਤਕ ਸਿਹਤ ਨੂੰ ਬਿਹਤਰ ਬਣਾਉਣ ਲਈ ਰਾਜ ਦੀ ਡਿਊਟੀ। ਉਸ ਤੋਂ ਬਾਅਦ ਆਰਟੀਕਲ 48 ਦੇ ਵਿੱਚ ਆਰਗੇਨਾਈਜੇਸ਼ਨ ਆਫ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ, ਭਾਵ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਸੰਗਠਨ। ਇਹ ਵੀ ਪਿੰਡਾਂ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਖੇਤੀਬਾੜੀ ਅਤੇ ਪਸ਼ੂ ਪਾਲਣ ਕਿਸ ਆਰਟੀਕਲ ਵਿੱਚ ਕਿਹਾ ਗਿਆ ਹੈ। ਆਰਟੀਕਲ 48, ਭਾਵ 48 ਆਰਟੀਕਲ ਦੇ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਬਾਰੇ ਗੱਲ ਕੀਤੀ ਗਈ ਹੈ। ਉਸ ਤੋਂ ਬਾਅਦ ਆਰਟੀਕਲ 48A, ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਆਫ ਇਨਵਾਇਰਮੈਂਟ ਐਂਡ ਸੇਫਗਾਰਡਿੰਗ ਆਫ ਫੋਰੈਸਟਸ ਐਂਡ ਵਾਈਲਡ ਲਾਈਫ, ਭਾਵ ਵਾਤਾਵਰਣ ਦੀ ਰੱਖਿਆ, ਸੁਧਾਰ ਅਤੇ ਜੰਗਲਾਂ ਅਤੇ ਜੰਗਲੀ ਜੀਵਨ ਦੀ ਰੱਖਿਆ। ਉਸ ਤੋਂ ਬਾਅਦ ਆਰਟੀਕਲ 49 ਦੇ ਵਿੱਚ ਪ੍ਰੋਟੈਕਸ਼ਨ ਆਫ ਮੋਨੂਮੈਂਟਸ ਐਂਡ ਪਲੇਸਿਸ ਐਂਡ ਆਬਜੈਕਟਸ ਆਫ ਨੈਸ਼ਨਲ ਇੰਪੋਰਟੈਂਸ, ਭਾਵ ਸਮਾਰਕਾਂ, ਸਥਾਨਾਂ ਅਤੇ ਰਾਸ਼ਟਰੀ ਮਹੱਤਤਾ ਦੀਆਂ ਚੀਜ਼ਾਂ ਦੀ ਰੱਖਿਆ। ਉਸ ਤੋਂ ਬਾਅਦ ਨੈਕਸਟ ਆਰਟੀਕਲ ਹੈ ਜੀ 50, ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਸ਼ਨ, ਭਾਵ ਨਿਆਂਪਾਲਕਾਂ ਨੂੰ ਕਾਰਜਕਾਰਨੀ ਤੋਂ ਵੱਖ ਕਰਨਾ। ਉਸ ਤੋਂ ਬਾਅਦ ਨੈਕਸਟ ਆਰਟੀਕਲ ਹੈ ਜੀ 51, ਪ੍ਰਮੋਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਭਾਵ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਪ੍ਰਚਾਰ। ਇਹ ਵੀ ਆਰਟੀਕਲ ਬਹੁਤ ਹੀ ਮਹੱਤਵਪੂਰਨ ਆਰਟੀਕਲ ਹੈ, ਇਹ ਵੀ ਕੁਐਸਚਨ ਬਣ ਸਕਦਾ ਹੈ। ਉਸ ਤੋਂ ਬਾਅਦ ਪਾਰਟ 4A ਦੇ ਵਿੱਚ ਆਰਟੀਕਲ 51A ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕੀਤੀ ਗਈ ਹੈ, ਭਾਵ ਬੁਨਿਆਦੀ ਫਰਜ਼। ਇਹ 51A ਦੇ ਵਿੱਚ ਕਹੇ ਗਏ ਨੇ ਜਿਹੜੇ ਫਰਜ਼ਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਇਹ ਸੀ ਅੱਜ ਦੀ ਵੀਡੀਓ, ਔਰ ਇਸ ਵੀਡੀਓ ਦੇ ਵਿੱਚ ਪਾਰਟ 4 ਤੱਕ ਅਸੀਂ ਪੜ੍ਹਿਆ ਔਰ 51 ਆਰਟੀਕਲਸ ਇਸ ਦੇ ਵਿੱਚ ਅਸੀਂ ਪੜ੍ਹੇ। ਨੈਕਸਟ ਵੀਡੀਓ ਦੇ ਵਿੱਚ ਅਸੀਂ ਓਬਜੈਕਟਿਵ ਟਾਈਪ ਕੁਐਸਚਨਸ ਪੜ੍ਹਾਂਗੇ। ਸੋ ਤੁਸੀਂ ਸਾਰੇ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਔਰ ਵੀਡੀਓਜ਼ ਨੂੰ ਜ਼ਰੂਰ ਦੇਖਣਾ, ਤਾਂ ਹੀ ਮੈਨੂੰ ਤੁਹਾਡੇ ਤੋਂ ਮੋਟੀਵੇਸ਼ਨ ਮਿਲੇਗੀ। ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਰੱਬ ਰਾਖਾ।